ਸਾਡੇ ਕੋਲੋਂ ਸੰਵਿਧਾਨ ਦੀ ਧਾਰਾ 25 ਕਲੌਜ਼ B1 ਮੁਤਾਬਕ ਸਾਡਾ ਰਾਈਟ ਸੀ। ਅਸੀਂ ਕਿਰਪਾਨ ਚੱਕ ਕੇ ਪਹਿਨ ਸਕਦੇ ਹਾਂ, ਚੱਲ ਸਕਦੇ ਹਾਂ, ਕਿਰਪਾਨ ਦਾ ਹੱਕ ਖੋਲ੍ਹਿਆ। ਅਤੇ ਫਿਰ ਸਾਡੇ ਕੋਲੋਂ ਪੰਜਾਬੀ ਬੋਲਦੇ ਇਲਾਕੇ ਖੋਲ੍ਹੇ, ਸਾਡੇ ਕੋਲੋਂ ਹੈੱਡਵਰਕਸ ਖੋਲ੍ਹੇ। ਫਿਰ ਜਿਹੜੇ ਭਾਅ ਸੀ ਜਿਹਦੇ ਲਈ ਕਿਸਾਨ ਲਗਾਤਾਰ 7-8 ਮਹੀਨੇ ਤੋਂ ਬਾਰਡਰਾਂ 'ਤੇ ਬੈਠੇ ਆ, ਸਟੇਟ ਦਾ ਸਬਜੈਕਟ ਸੀ, ਉਹ ਸਾਡੇ ਕੋਲ ਖੋਲ੍ਹਿਆ। ਅਤੇ ਅਖੀਰ ਕੀ ਹੈ, ਸਾਡੇ ਪੱਲੇ ਛੱਡਿਆ ਕੀ ਹੈ? ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਮੈਂਬਰ ਚੜ੍ਹਾਈ ਕਰ ਜਾਵੇ ਅਤੇ ਉਹਦੀ ਚੋਣ ਹੁੰਦੀ ਨਹੀਂ ਗੀ, ਅਤੇ ਜਿਹੜੀ ਇੰਡੀਅਨ ਪਾਰਲੀਮੈਂਟ ਹੈ ਉਹਦਾ ਕੋਈ MLA MP ਚੜ੍ਹਾਈ ਕਰ ਜੇ ਅਤੇ ਉਹਦੀ ਚੋਣ 6-6 ਮਹੀਨਿਆਂ ਦੇ ਵਿੱਚ ਹੋ ਜਾਂਦੀ ਹੈ। ਸਾਡੀ ਚੋਣ ਹੋਈ ਨੂੰ 18 ਸਤੰਬਰ ਨੂੰ 10 ਸਾਲ ਹੋ ਜਾਣੇ ਆ, ਅਤੇ ਫਿਰ ਇੰਡੀਅਨ ਪਾਰਲੀਮੈਂਟ ਦੀ ਚੋਣ ਜਦੋਂ 5 ਸਾਲ ਹੋ ਜਾਂਦੇ ਆ ਅਤੇ ਉਹ 5 ਸਾਲ ਤੋਂ ਇੱਕ ਦਿਨ ਵੱਧ ਨਹੀਂ ਜਾਂਦੀ, ਉਹਦੀ ਚੋਣ ਹੋ ਜਾਂਦੀ ਹੈ। ਫਿਰ ਸਾਡੇ ਨੂੰ ਵਿਤਕਰਾ ਕਿਉਂ? ਤਖਤਾਂ ਦੇ ਜਿਹੜੇ ਬਾਦਲ ਦਲ ਵੱਲੋਂ ਚੁਣੇ ਹੋਏ ਜਥੇਦਾਰ ਹੈ, ਉਹ ਜਦੋਂ ਆਪਣੀ ਜਮਹੂਰੀਅਤ ਦੇ ਰਾਹੀਂ ਚੁਣੇ ਹੀ ਨਹੀਂ ਗਏ, ਜਦੋਂ ਸਿੱਖਾਂ ਦੀ ਪਾਰਲੀਮੈਂਟ ਦੀ ਚੋਣ ਹੋਈ ਨਹੀਂ, ਜੇ ਉਹ ਚੋਣ ਨਹੀਂ ਹੋਈ ਅਤੇ ਜਮਹੂਰੀਅਤ ਕਾਇਮ ਨਹੀਂ, ਜਮਹੂਰੀਅਤ ਦਾ ਕਤਲ ਹੋਇਆ ਪਿਆ, ਅਤੇ ਫਿਰ ਉਹ ਜਥੇਦਾਰਾਂ ਦੀ ਚੋਣ ਕਿਉਂ ਹੈ? ਅਤੇ ਇਸ ਸੰਬੰਧ ਦੇ ਵਿੱਚ ਅਸੀਂ 18 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਜਿਹੜਾ ਗੁਰੂ ਅਰਜਨ ਦੇਵ ਨਿਵਾਸ ਹੈ ਉਹਦੇ ਸਾਹਮਣੇ ਜਿਹੜੀ ਦਮਦਮੇ ਟਕਸਾਲ ਦੀ 31 ਨੰਬਰ ਦੁਕਾਨ ਹੈ, ਉਹਦੇ ਸਾਹਮਣੇ ਜਿਹੜੇ ਸੜਕ ਆ, ਉੱਥੇ ਅਸੀਂ ਬਹੁਤ ਵੱਡਾ ਮੁਜ਼ਾਹਰਾ ਕਰਾਂਗੇ ਕਿ ਸਾਡੀ ਜਿਹੜੀ ਚੋਣ ਕਰਾਈ ਜਾਵੇ ਅਤੇ ਸਾਨੂੰ ਹੱਕ ਦਿੱਤੇ ਜਾਣ। ਮੋਦੀ ਸਰਕਾਰ ਨੇ ਜਿਹੜੇ 3 ਕਾਲੇ ਕਾਨੂੰਨ ਹੈ, ਜਿਹੜੇ ਕਾਨੂੰਨਾਂ ਨੂੰ ਨਾ ਤਾਂ ਪੰਜਾਬ ਦੇ ਕਿਸਾਨ ਨੇ, ਨਾ ਯੂਪੀ, ਨਾ ਬਿਹਾਰ ਦੇ ਕਿਸਾਨਾਂ ਨੇ ਇਹਨਾਂ ਨੂੰ ਮੰਗਿਆ ਹੀ ਨਹੀਂ ਸੀਗਾ। ਜਿਹੜੀ ਚੀਜ਼ ਕਿਸਾਨਾਂ ਨੇ ਮੰਗੀ ਨਹੀਂ ਉਹ ਸਾਨੂੰ ਕਿਉਂ ਦਿੱਤੀ? ਮਜਬੂਰੀ ਕੀ ਹੈ ਮੋਦੀ ਦੀ? ਮੋਦੀ ਜਵਾਬ ਦੇਵੇ, ਜਿਹੜੀ ਚੀਜ਼ ਅਸੀਂ ਮੰਗੀ ਨਹੀਂ ਉਹ ਸਾਨੂੰ ਕਿਉਂ ਦਿੱਤੀ ਹੈ? ਕੀ ਮਜਬੂਰੀ ਹੈ? ਜਿਹੜੀ ਉਹ ਨੌਜਵਾਨ ਦੀ ਗੋਲੀ ਖੱਟਰ ਸਰਕਾਰ ਨੇ ਮਾਰੀ ਹੈ, ਮੋਦੀ ਸਰਕਾਰ ਦੇ ਇਸ਼ਾਰੇ 'ਤੇ ਖੱਟਰ ਸਰਕਾਰ ਨੇ ਮਾਰੀ ਹੈ, ਅਤੇ ਖੱਟਰ ਦੇ ਹੁਕਮਾਂ ਦੇ ਮੁਤਾਬਕ ਉਹਨੇ ਜਿਹੜਾ ਇਹ SDM ਨੇ ਜ਼ੁਲਮ ਕੀਤਾ, ਅਤੇ ਫਿਰ ਉਹਦੇ 'ਤੇ 302 ਦਾ ਪਰਚਾ FIR ਤਾਂ ਦਰਜ ਹੈ, ਹਜੇ ਤੱਕ FIR ਦਰਜ ਨਹੀਂ। ਇਸ ਕਰਕੇ ਕਿਸਾਨ ਗੁਲਾਮ ਹੈ। ਜੇ ਸਾਡੀ ਇੱਕ FIR ਦਰਜ ਨਹੀਂ ਹੋਣੀ, ਉੱਥੇ ਪੂਰੀ ਇੰਡੀਆ ਦਾ ਕਿਸਾਨ ਉੱਥੇ ਬਹਿ ਗਿਆ। ਮੇਰੀ ਮਹਿੰਦਰ ਸਿੰਘ ਰਾਕੇਸ਼ ਟਕੈਤ ਨਾਲ ਵੀ ਗੱਲ ਹੋਈ ਸੀ, ਉਹ ਵੀ ਉੱਥੇ ਪਹੁੰਚੇ ਹੈ, ਮੈਂ ਵੀ ਉੱਥੇ ਆਪਣਾ ਪੱਖ ਰੱਖ ਕੇ ਆਇਆ। ਅਤੇ ਫਿਰ ਤੁਸੀਂ ਦੱਸੋ, ਜੇ 3 ਕਾਲੇ ਕਾਨੂੰਨ ਤਾਂ ਇਹਨਾਂ ਨੇ ਕੀ ਕਿਸਾਨਾਂ ਨੂੰ ਰੱਦ ਕਰਕੇ ਦੇਣੇ ਆ, ਉਹ ਤਾਂ FIR ਦਾ ਪਰਚਾ ਹੀ ਨਹੀਂ ਦਰਜ ਕਰ ਰਹੇ। ਅਜੀਤ ਵੈਬ TV ਦੇ ਪਿਆਰੇ ਦਰਸ਼ਕੋ, ਸਤਿ ਸ੍ਰੀ ਅਕਾਲ। ਮੈਂ ਹਾਂ ਰਣਜੀਤ ਸਿੰਘ ਢਿੱਲੋਂ ਅਤੇ ਮੇਰੇ ਨਾਲ ਮੌਜੂਦ ਹਨ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਹਨ। ਅੱਜ ਅਜੀਤ ਉਪ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਹਨ। ਉਹਨਾਂ ਨਾਲ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਕਰਾਂਗੇ। ਹਾਂਜੀ, ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਅਜੀਤ ਵੈਬ TV ਸਰਦਾਰ ਰਣਜੀਤ ਸਿੰਘ ਜੀ ਢਿੱਲੋਂ, ਅਜੀਤ ਨੇ ਸਦਾ ਪੰਥ, ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਕੇ ਪੰਜਾਬ ਦੀ ਪੰਜਾਬੀ ਜ਼ਬਾਨ ਨੂੰ, ਸਾਡੀ ਮਾਂ ਬੋਲੀ ਨੂੰ ਬਹੁਤ ਉੱਪਰ ਚੱਕਿਆ, ਜਿਹਦਾ ਕੋਈ ਜਵਾਬ ਨਹੀਂ, ਲਾਜਵਾਬ ਹੈ। ਅੱਜ ਅਸੀਂ ਅਜੀਤ ਦੇ ਦਫ਼ਤਰ, ਜੋ ਬਹੁਤ ਵਧੀਆ ਢੰਗ ਨਾਲ ਸ਼੍ਰੀ ਮੁਕਤਸਰ ਸਾਹਿਬ, ਜੋ 40 ਮੁਕਤਿਆਂ ਦੀ ਪਵਿੱਤਰ ਧਰਤੀ 'ਤੇ ਬਣਿਆ ਹੋਇਆ, ਇਹਦਾ ਸਟਾਫ ਵੀ ਬਹੁਤ ਅੱਛਾ ਹੈ। ਸਰਦਾਰ ਰਣਜੀਤ ਸਿੰਘ ਜੋ ਉੱਥੋਂ ਦੇ ਢਿੱਲੋਂ ਸਾਹਿਬ ਇੰਚਾਰਜ ਨੇ, ਉਹ ਬੜੀ ਲਿਆਕਤ ਅਤੇ ਬੜੀ ਸੋਚ, ਸਾਰਿਆਂ ਨੂੰ ਬਰਾਬਰਤਾ ਦਾ ਰਾਈਟ ਦੇ ਕੇ ਇਹਨੂੰ ਅੱਛਾ ਚਲਾਉਂਦੇ ਨੇ। ਸਾਰੇ ਦਫ਼ਤਰਾਂ ਨੂੰ ਇਸ ਦਫ਼ਤਰ ਤੋਂ ਸੇਧ ਲੈਣੀ ਚਾਹੀਦੀ ਹੈ। ਮੈਂ ਅਜੀਤ ਦੇ ਕਾਫੀ ਆਫਿਸਾਂ ਵਿੱਚ ਜਾ ਕੇ ਆਇਆ, ਵੀ ਮੈਨੂੰ ਸਭ ਤੋਂ ਉੱਤਮ ਅਤੇ ਅੱਛਾ ਲੱਗਿਆ। ਵੈਸੇ ਤਾਂ ਸਾਰੇ ਚੰਗੇ ਹੁੰਦੇ ਆ, ਪਰ ਇੱਥੋਂ ਵੀ ਕੁਝ ਨਾ ਕੁਝ ਸਬਕ ਸਿੱਖਣਾ ਚਾਹੀਦਾ। ਸਰਦਾਰ ਜਸਕਰਨ ਸਿੰਘ ਜੀ, ਜੋ 18 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ਾਲ ਰੋਸ ਮੁਜ਼ਾਹਰਾ ਰੱਖਿਆ ਹੈ, ਉਹਦਾ ਕੀ ਮਕਸਦ ਹੈ ਅਤੇ ਇਸ ਵਿੱਚ ਕੌਣ-ਕੌਣ ਸ਼ਾਮਲ ਹੋ ਰਹੇ ਹਨ? ਕੀ ਕਵਾਂ ਤੇ ਕੀ ਨਾ ਕਵਾਂ, ਹਰ ਰੋਜ਼ ਸਿੱਖ ਕੌਮ ਕਿਸੇ ਨਾ ਕਿਸੇ
ਮੁੱਦੇ ਵਿੱਚ ਗੁਲਾਮੀ ਹੋਣ ਕਰਕੇ ਫਸੀ ਰਹਿੰਦੀ ਹੈ। ਕਦੇ ਅਸੀਂ ਫਸ ਜਾਂਦੇ ਹਾਂ, ਸਾਡੀ ਪੰਜਾਬੀ ਮਾਂ ਬੋਲੀ 'ਤੇ ਹਮਲਾ ਹੋ ਜਾਂਦਾ ਹੈ, ਕਦੇ ਸਾਡੇ ਪਾਣੀਆਂ 'ਤੇ ਹਮਲਾ ਹੋ ਜਾਂਦਾ ਹੈ, ਸਾਡੇ ਕਦੇ ਹੈੱਡਵਰਕਸਾਂ 'ਤੇ ਹਮਲਾ ਹੋ ਜਾਂਦਾ ਹੈ, ਕਦੇ ਸਾਡੇ ਗੁਰੂ ਸਾਹਿਬਾਨ 'ਤੇ ਹਮਲਾ ਹੋ ਜਾਂਦਾ ਹੈ, ਅਤੇ ਅਸੀਂ ਸੰਘਰਸ਼ ਦੇ ਵਿੱਚ ਹੀ ਰਹਿੰਦੇ ਹਾਂ। 1947 ਤੋਂ ਬਾਅਦ ਸਾਨੂੰ ਉਮੀਦ ਸੀ ਕਿ ਸਿੱਖ ਕੌਮ ਨੂੰ ਸਾਹ ਸੁੱਖ ਦਾ ਮਿਲੂਗਾ, ਪਰ ਸੁੱਖ ਦਾ ਸਾਹ ਕੀ ਮਿਲਣਾ ਸੀ ਜਦੋਂ 15 ਅਗਸਤ ਤੋਂ ਬਾਅਦ 16 ਅਗਸਤ 1947 ਚੜ੍ਹੀ ਅਤੇ ਸਾਡੇ ਕੋਲੋਂ ਹੱਕ ਖੋਲ੍ਹਿਆ, ਜਿਹੜੇ ਸਾਡੇ ਕੋਲ ਰਾਈਟ ਸਾਨੂੰ ਦੇਣੇ ਸੀਗੇ। ਸਾਨੂੰ ਕਹਿਤਾ ਸਿੱਖ ਕੌਮ ਇੱਕ ਜਰੈਮ ਪੇਸ਼ਾ ਕੌਮ ਆ, ਚੋਰਾਂ ਤਾੜਵੀਆਂ ਠੱਗਾਂ ਦੀ ਕੌਮ। ਫਿਰ ਅਸੀਂ ਪਛਤਾਏ। ਉਦੋਂ ਬਾਅਦ ਫਿਰ ਸਾਡੇ ਕੋਲ 1909 'ਚ ਜਿਹੜਾ ਆਨੰਦ ਮੈਰਿਜ ਐਕਟ ਬਣਿਆ ਸੀ ਉਹ ਸਾਡੇ ਕੋਲੋਂ ਖੋਲ੍ਹਿਆ। ਉਸ ਤੋਂ ਬਾਅਦ ਸਾਡੇ ਕੋਲ ਹੈੱਡਵਰਕਸ ਖੋਲ੍ਹੇ। ਸਾਡੇ ਕੋਲੋਂ ਸੰਵਿਧਾਨ ਦੀ ਧਾਰਾ 25 ਕਲੌਜ਼ 20(1) ਮੁਤਾਬਕ ਸਾਡਾ ਰਾਈਟ ਸੀ, ਅਸੀਂ ਕਿਰਪਾਨ ਚੱਕ ਕੇ ਪਹਿਨ ਸਕਦੇ ਹਾਂ, ਚੱਲ ਸਕਦੇ ਹਾਂ, ਕਿਰਪਾਨ ਦਾ ਹੱਕ ਖੋਲ੍ਹਿਆ। ਅਤੇ ਫਿਰ ਸਾਡੇ ਕੋਲੋਂ ਪੰਜਾਬੀ ਬੋਲਦੇ ਇਲਾਕੇ ਖੋਲ੍ਹੇ, ਸਾਡੇ ਕੋਲੋਂ ਹੈੱਡਵਰਕਸ ਖੋਲ੍ਹੇ। ਫਿਰ ਜਿਹੜੇ ਭਾਅ ਸੀ ਜਿਹਦੇ ਲਈ ਕਿਸਾਨ ਲਗਾਤਾਰ 7-8 ਮਹੀਨੇ ਤੋਂ ਬਾਰਡਰਾਂ 'ਤੇ ਬੈਠੇ ਆ, ਸਟੇਟ ਦਾ ਸਬਜੈਕਟ ਸੀ, ਉਹ ਸਾਡੇ ਕੋਲ ਖੋਲ੍ਹਿਆ। ਅਤੇ ਅਖੀਰ ਕੀ ਹੈ, ਸਾਡੇ ਪੱਲੇ ਛੱਡਿਆ ਕੀ ਹੈ? ਹੁਣ ਸਾਡੇ ਕੋਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਸਿੱਖ ਕੌਮ ਦੀ ਪਾਰਲੀਮੈਂਟ ਹੈ, ਜੋ ਜਮਹੂਰੀਅਤ ਦੀ ਸਭ ਤੋਂ ਵੱਡੀ ਮਿਸਾਲ ਹੈ, ਉਹਦੇ ਕੋਲੋਂ ਵੀ ਸਾਡਾ ਹੱਕ ਖੋਲ੍ਹਿਆ। ਜਦੋਂ ਅਸੀਂ ਸਾਰੇ ਬਰਾਬਰ ਹਾਂ, ਇੰਡੀਅਨ ਕੰਸਟੀਟਿਊਸ਼ਨ ਦੀ ਧਾਰਾ 14-19-21 ਕਹਿੰਦੀ ਹੈ ਫਰੀਡਮ ਆਫ ਸਪੀਚ ਹੈ, ਫਰੀਡਮ ਆਫ ਐਕਸਪ੍ਰੈਸ਼ਨ ਹੈ, ਅਸੀਂ ਸਾਰੇ ਬਰਾਬਰ ਹਾਂ, ਸਾਡੇ ਹੱਕ ਹਕੂਕ ਬਰਾਬਰ ਹੈ, ਕਾਨੂੰਨ ਸਾਡੇ ਬਰਾਬਰ ਹੈ। ਪਰ ਤੁਸੀਂ ਮੈਨੂੰ ਇਹ ਦੱਸੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਹੈ, ਜਿਹੜੀ 1925 'ਚ ਹੋਂਦ ਵਿੱਚ ਆਈ ਹੈ, ਮੈਨੂੰ ਇੰਡੀਅਨ ਸਟੇਟ ਜਵਾਬ ਦੇਵੇ। ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਹਾਊਸ ਹੈ, ਜਿਹਦੇ 'ਤੇ ਹੁਣ ਪ੍ਰਧਾਨ ਬੀਬੀ ਜਗੀਰ ਕੌਰ ਹੈ, ਉਹ ਸਾਨੂੰ ਜਵਾਬ ਤਾਂ ਦੇਣ। ਜਿਹੜੀ ਸਭ ਤੋਂ ਪੁਰਾਣੀ ਪਾਰਲੀਮੈਂਟ ਹੀ ਸਿੱਖਾਂ ਦੀ 1925 'ਚ ਬਣੀ ਹੈ, ਉਹਦਾ ਤਾਂ ਇੰਡੀਆ ਦੀ ਆਜ਼ਾਦੀ ਤੋਂ ਬਾਅਦ 8 ਵਾਰੀ ਚੋਣ ਹੋਈ ਹੈ। ਅਤੇ ਜਿਹੜੀ ਇੰਡੀਅਨ ਪਾਰਲੀਮੈਂਟ ਹੈ, ਜਿਹੜੀ 27 ਸਾਲ ਬਾਅਦ ਸਿੱਖ ਪਾਰਲੀਮੈਂਟ ਤੋਂ ਬਾਅਦ ਬਣੀ ਹੈ, ਉਹਦੀ ਚੋਣ 17 ਵਾਰੀ ਹੋ ਗਈ ਹੈ। ਫਿਰ ਸਿੱਖ ਕੌਮ ਜਵਾਬ ਮੰਗਦੀ ਹੈ, ਫਿਰ ਇਹ ਕਿਉਂ? ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਮੈਂਬਰ ਚੜ੍ਹਾਈ ਕਰ ਜਾਵੇ ਅਤੇ ਉਹਦੀ ਚੋਣ ਹੁੰਦੀ ਨਹੀਂ ਗੀ, ਅਤੇ ਜਿਹੜੀ ਇੰਡੀਅਨ ਪਾਰਲੀਮੈਂਟ ਹੈ, ਉਹਦਾ ਕੋਈ MLA MP ਚੜ੍ਹਾਈ ਕਰ ਜੇ ਅਤੇ ਉਹਦੀ ਚੋਣ 6-6 ਮਹੀਨਿਆਂ ਦੇ ਵਿੱਚ ਹੋ ਜਾਂਦੀ ਹੈ। ਸਾਡੀ ਚੋਣ ਹੋਈ ਨੂੰ 18 ਸਤੰਬਰ ਨੂੰ 10 ਸਾਲ ਹੋ ਜਾਣੇ ਆ, ਅਤੇ ਫਿਰ ਇੰਡੀਅਨ ਪਾਰਲੀਮੈਂਟ ਦੀ ਚੋਣ ਜਦੋਂ 5 ਸਾਲ ਹੋ ਜਾਂਦੇ ਆ, ਅਤੇ ਉਹ 5 ਸਾਲ ਤੋਂ ਇੱਕ ਦਿਨ ਵੱਧ ਨਹੀਂ ਜਾਂਦੀ, ਉਹਦੀ ਚੋਣ ਹੋ ਜਾਂਦੀ ਹੈ। ਫਿਰ ਸਾਡੇ ਨਾਲ ਵਿਤਕਰਾ ਕਿਉਂ? ਦੂਜੇ ਪਾਸੇ ਜਿਹੜੀ ਵੋਟ ਦਾ ਅਧਿਕਾਰ ਹੈ, ਵੋਟ ਦਾ ਹੱਕ ਹੈ, ਜਿਹੜੀ ਇੰਡੀਅਨ ਪਾਰਲੀਮੈਂਟ ਦੀ ਚੋਣ ਹੋਣੀ ਉਹਦੀ ਉਮਰ ਤਾਂ 18 ਸਾਲ ਹੈ, ਅਤੇ ਜਿਹੜੀ ਸਾਡੀ ਸਿੱਖ ਪਾਰਲੀਮੈਂਟ ਦੀ ਚੋਣ ਹੈ ਉਹਦੀ ਉਮਰ 21 ਸਾਲ ਹੈ। 21 ਸਾਲ ਕਿਉਂ ਹੈ? ਇਹ ਕਾਰਨ ਕਿਉਂ ਹੈ? ਦੂਜੇ ਪਾਸੇ ਸਾਡੇ ਜਿਹੜੇ ਤਖਤਾਂ ਦੇ ਜਿਹੜੇ ਬਾਦਲ ਦਲ ਵੱਲੋਂ ਚੁਣੇ ਹੋਏ ਜਥੇਦਾਰ ਹੈ, ਉਹ ਜਦੋਂ ਆਪਣੀ ਜਮਹੂਰੀਅਤ ਦੇ ਰਾਹੀਂ ਚੁਣੇ ਹੀ ਨਹੀਂ ਗਏ, ਜਦੋਂ ਸਿੱਖਾਂ ਦੀ ਪਾਰਲੀਮੈਂਟ ਦੀ ਚੋਣ ਹੋਈ ਨਹੀਂ, ਜੇ ਉਹ ਚੋਣ ਨਹੀਂ ਹੋਈ ਅਤੇ ਜਮਹੂਰੀਅਤ ਕਾਇਮ ਨਹੀਂ, ਜਮਹੂਰੀਅਤ ਦਾ ਕਤਲ ਹੋਇਆ ਪਿਆ, ਅਤੇ ਫਿਰ ਉਹ ਜਥੇਦਾਰਾਂ ਦੀ ਚੋਣ ਕਿਉਂ ਹੈ? ਕਿਉਂਕਿ ਉਹ ਜਥੇਦਾਰ ਫਿਰ ਸਾਡੀ ਕੌਮ ਨੂੰ ਹੁਕਮ ਕਿਉਂ ਦੇਣ? ਜਿਹੜੇ ਉਹ ਚੁਣੀ ਹੋਈ ਪਾਰਲੀਮੈਂਟ ਵਿੱਚੋਂ ਆਏ ਨਹੀਂ, ਉਹ BJP RSS ਦੇ ਰਹਿਮ ਕਰਕੇ ਦਿੱਲੀ ਦੀ ਹੁਕੂਮਤ ਕਰਕੇ ਬੈਠੇ ਹੈ, ਅਤੇ ਸਾਡੇ ਆਮ ਜਿਹੜੇ ਸਿੱਖ ਪਿੰਡਾਂ 'ਚ ਵਸਦੇ ਹੈ, ਉਹਨਾਂ ਨੂੰ ਰਾਈਟ ਹੈ ਕਿ ਉਹ ਵੋਟ ਪਾ ਕੇ ਆਪਣੇ ਨੁਮਾਇੰਦੇ ਭੇਜਣ। ਨੁਮਾਇੰਦੇ ਭਾਵੇਂ ਕਿਸੇ ਦੇ ਚੁਣ ਕੇ ਆ ਜਾਣ, ਪਰ ਚੋਣ ਤਾਂ ਉਹਦੀ ਹੋਣੀ ਚਾਹੀਦੀ ਹੈ, ਪਰ ਉਹਦੀ ਕਿਉਂ ਨਹੀਂ ਹੋ ਰਹੀ? ਇਸ ਸੰਬੰਧ ਦੇ ਵਿੱਚ ਇੰਡੀਅਨ ਸਰਕਾਰ ਅਤੇ ਪ੍ਰਕਾਸ਼ ਸਿੰਘ ਬਾਦਲ ਅਤੇ ਇਹ ਸਾਰਾ ਲਾਣਾ ਇੱਕ ਮੱਤ ਹੋਏ ਬੈਠੇ ਹੈ। ਅਤੇ ਇਸ ਸੰਬੰਧ ਦੇ ਵਿੱਚ ਅਸੀਂ 18 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਜਿਹੜਾ ਗੁਰੂ ਅਰਜਨ ਦੇਵ ਨਿਵਾਸ ਹੈ, ਉਹਦੇ ਸਾਹਮਣੇ ਜਿਹੜੀ ਦਮਦਮੀ ਟਕਸਾਲ ਦੀ 31 ਨੰਬਰ ਦੁਕਾਨ ਹੈ,
ਉਹਦੇ ਸਾਹਮਣੇ ਜਿਹੜੇ ਸੜਕ ਆ ਉੱਥੇ ਅਸੀਂ ਬਹੁਤ ਵੱਡਾ ਮੁਜ਼ਾਹਰਾ ਕਰਾਂਗੇ ਕਿ ਸਾਡੀ ਜਿਹੜੀ ਚੋਣ ਕਰਾਈ ਜਾਵੇ ਤੇ ਸਾਨੂੰ ਹੱਕ ਦਿੱਤੇ ਜਾਣ। ਤੇ ਅਸੀਂ ਉਹਨਾਂ ਚਿਰ ਸਾਰੇ ਜਥੇਦਾਰਾਂ ਨੂੰ ਇੱਕ ਪੱਤਰ ਲਿਖ ਕੇ ਆਏ ਹਾਂ ਕਿ ਪੱਤਰ ਭੇਜਿਆ ਕਿ ਤੁਸੀਂ ਫੈਸਲੇ ਕੌਮ ਨੂੰ ਦੇ ਰਹੇ ਹੋ, ਹੁਕਮਨਾਮੇ ਦੇ ਰਹੇ ਹੋ, ਉਹਨਾਂ ਚਿਰ ਤੁਹਾਨੂੰ ਹੱਕ ਨਹੀਂ ਹੈ ਜਿੰਨਾ ਚਿਰ ਚੁਣੀ ਹੋਈ ਨੁਮਾਇੰਦੀ ਵੱਲੋਂ, ਕਮੇਟੀ ਵੱਲੋਂ, ਪੰਥ ਵੱਲੋਂ ਚੁਣ ਕੇ ਨਹੀਂ ਆਉਂਦੇ। ਇਸ ਕਰਕੇ ਤੁਸੀਂ ਬਾਦਲ ਦੇ ਰਹਿਮ ਕਰਮ ਤੇ ਹੈ, ਇਸ ਕਰਕੇ ਤੁਹਾਨੂੰ ਮਤ ਲੋਕਾਂ ਨੇ ਨਹੀਂ ਦਿੱਤਾ, ਤੁਹਾਨੂੰ ਮਾਈਂਡਡ ਲੋਕਾਂ ਨੇ ਨਹੀਂ ਦਿੱਤਾ ਤੇ ਤੁਹਾਨੂੰ ਲੋਕਾਂ ਨੇ ਚੁਣਿਆ ਨਹੀਂ ਕਿ ਤੁਹਾਨੂੰ ਇਹ ਫੈਸਲੇ ਕਰਨ ਦੇ ਹੱਕ ਵੀ ਨਹੀਂ ਤੇ ਨਾ ਹੀ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫੰਡ ਹੈ ਜਾਂ ਉਹਦਾ ਬਜਟ ਹੈ ਉਹਦਾ ਤੁਹਾਨੂੰ ਖਰਚਣ ਦਾ ਕੋਈ ਅਧਿਕਾਰ ਹੈ। ਇਹ ਅਸੀਂ 18 ਤਰੀਕ ਨੂੰ ਸਾਰੇ ਸਰਦਾਰ ਸਿਮਰਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੁੱਛਾਂਗੇ। ਮੈਂ ਸਾਰੀਆਂ ਗੁਰੂ ਨਾਨਕ ਨਾਮ ਲੇਵਾ ਨੂੰ, ਸਿੰਘ ਸਭਾਵਾਂ ਨੂੰ ਤੇ ਸਾਰੇ ਗੁਰੂ ਨਾਨਕ ਨਾਮ ਲੇਵਾ ਨੂੰ ਜਿਨ੍ਹਾਂ ਨੂੰ ਦਰਦ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਆਈ, ਉਹਨਾਂ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ 18 ਤਰੀਕ ਨੂੰ 11 ਵਜੇ ਹੁਮ ਹਵਾ ਕੇ ਪਹੁੰਚਣ ਤਾਂ ਜੋ ਆਪਾਂ ਆਪਣੀ ਆਵਾਜ਼ ਕੌਮਾਂਤਰੀ ਪੱਧਰ ਤੇ ਦੁਨੀਆ ਪੱਧਰ 'ਤੇ ਛੱਡ ਸਕੀਏ ਕਿ ਸਿੱਖ ਕੌਮ ਇੰਡੀਆ ਦੇ ਵਿੱਚ ਹਰੇਕ ਪੱਖ ਤੋਂ ਗੁਲਾਮ ਰਹਿ ਰਹੇ ਆ। ਜੋ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਸੰਬੰਧੀ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਨਾਲ ਦੋ ਹੱਥ ਕਰ ਰਹੇ ਆ, ਉੱਥੇ ਮੋਰਚਾ ਲਾਈ ਬੈਠੇ ਆ, ਪਰ ਕੇਂਦਰ ਸਰਕਾਰ ਨੇ ਹਜੇ ਤੱਕ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ। ਇਸ ਦੌਰਾਨ ਹੀ ਕਰਨਾਲ ਵਿਖੇ ਲਾਠੀਚਾਰਜ ਹੋਇਆ ਜਿਸ ਨਾਲ ਇੱਕ ਕਿਸਾਨ ਵੀ ਇਸ ਦੀ ਭੇਂਟ ਚੜ੍ਹ ਗਿਆ। ਤੁਸੀਂ ਵੀ ਕਰਨਾਲ ਜਾ ਕੇ ਆਏ ਹੋ ਤੇ ਕਿਵੇਂ ਲੱਗਦਾ ਵੀ ਇਹ ਸਰਕਾਰ ਅਜਿਹਾ ਵਰਤਾਰਾ ਜਾਂ ਵਤੀਰਾ ਆਪਣਾ ਕਿਉਂ ਕਰ ਰਹੀ ਹੈ ਤੇ ਕਿਵੇਂ ਲੱਗ ਰਿਹਾ ਤੁਹਾਨੂੰ? ਦਰਅਸਲ ਜਿਹੜੀ ਇੰਡੀਅਨ ਸਟੇਟ ਹੈ ਉਹ ਸਾਨੂੰ ਨਾਲ ਨਹੀਂ ਰੱਖਣਾ ਚਾਹੁੰਦੀ, ਇਸ ਕਰਕੇ ਉਹ ਸਮੇਂ-ਸਮੇਂ ਸਾਡੇ ਤੇ ਜ਼ੁਲਮ ਕਰਦੀ ਹੈ। 2013 'ਚ ਮੋਦੀ ਜਦੋਂ ਗੁਜਰਾਤ ਦਾ ਚੀਫ ਮਿਨਿਸਟਰ ਸੀ ਉਹਨੇ 60,000 ਸਿੱਖ ਕਿਸਾਨਾਂ ਦਾ ਉਜਾੜਾ ਕਰ ਦਿੱਤਾ ਤੇ ਆਪ ਹੀ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਵੀ ਸਿੱਖਾਂ ਦੇ ਵਿਰੁੱਧ ਕੇਸ ਲੜਿਆ। ਦੂਜੇ ਪਾਸੇ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਅਸੀਂ ਜਾ ਕੇ ਉਹਦਾ ਕੇਸ ਲੜਿਆ ਤੇ ਉਦੋਂ ਬਾਅਦ ਹਰਿਆਣੇ ਦੇ ਕਿਸਾਨ, ਰਾਜਸਥਾਨ ਦੇ ਕਿਸਾਨ ਵੀ ਉਹਦੇ ਵਿੱਚ ਬਹੁਤ ਪੀੜਤ ਹੋਏ ਹੈ। ਪਰ ਮੋਦੀ ਸਰਕਾਰ ਨੇ ਜਿਹੜੇ 3 ਕਾਲੇ ਕਾਨੂੰਨ ਹੈ, ਜਿਹੜੇ ਕਾਨੂੰਨਾਂ ਨੂੰ ਨਾ ਤਾਂ ਪੰਜਾਬ ਦੇ ਕਿਸਾਨ ਨੇ, ਨਾ ਯੂਪੀ, ਨਾ ਬਿਹਾਰ ਦੇ ਕਿਸਾਨਾਂ ਨੇ ਇਹਨਾਂ ਨੂੰ ਮੰਗਿਆ ਹੀ ਨਹੀਂ ਸੀਗਾ। ਜਿਹੜੀ ਚੀਜ਼ ਕਿਸਾਨਾਂ ਨੇ ਮੰਗੀ ਨਹੀਂ ਉਹ ਸਾਨੂੰ ਕਿਉਂ ਦਿੱਤੀ? ਮਜਬੂਰੀ ਕੀ ਹੈ ਮੋਦੀ ਦੀ? ਮੋਦੀ ਜਵਾਬ ਦੇਵੇ। ਜਿਹੜੀ ਚੀਜ਼ ਅਸੀਂ ਮੰਗੀ ਨਹੀਂ ਉਹ ਸਾਨੂੰ ਕਿਉਂ ਦਿੱਤੀ ਹੈ? ਕੀ ਮਜਬੂਰੀ ਹੈ? ਇਹਦਾ ਮਤਲਬ ਸੀ ਅਦਾਨੀ ਅੰਬਾਨੀਆਂ ਨੂੰ, ਕਾਰਪੋਰੇਟ ਘਰਾਣਿਆਂ ਨੂੰ ਉੱਪਰ ਚੱਕ ਕੇ ਕਿਸਾਨੀ ਨੂੰ ਥੱਲੇ ਲਾ ਕੇ ਸਾਨੂੰ ਘਸਿਆਰੇ ਬਣਾਉਣਾ ਸੀਗਾ। ਦੂਜੇ ਪਾਸੇ ਅਸੀਂ ਤਾਂ ਮੰਗਿਆ ਡਾਕਟਰ ਸਵਾਮੀਨਾਥਨ ਕਮਿਸ਼ਨ। ਜਿਹੜਾ ਡਾਕਟਰ ਸਵਾਮੀਨਾਥਨ ਕਮਿਸ਼ਨ ਸੀ ਉਹ ਤਾਂ ਸਾਨੂੰ ਦਿੱਤਾ ਨਹੀਂ ਗਾ ਤੇ 3 ਕਾਲੇ ਕਾਨੂੰਨ ਥੋਪ ਦਿੱਤੇ। ਤੇ ਉਸ ਤੋਂ ਬਾਅਦ ਜਦੋਂ ਜਿਹੜਾ ਖੱਟੜ ਹੈ, ਬੀਜੇਪੀ RSS ਹੈ, ਇਹ ਜਦੋਂ ਕਿਸਾਨਾਂ ਵਿਰੋਧੀ ਇੱਥੋਂ ਦੇ ਚੀਫ ਮਿਨਿਸਟਰ ਖੱਟੜ ਕਿਸਾਨਾਂ ਦੇ ਵਿਰੁੱਧ ਬੋਲਦਾ ਹੈ, ਪੰਜਾਬ ਦੇ ਵਿੱਚ ਬੀਜੇਪੀ ਦਾ ਪ੍ਰਧਾਨ, ਬੀਜੇਪੀ ਦੇ ਗਰੇਵਾਲ ਵਰਗੇ ਇਹ ਕਿਸਾਨਾਂ ਦੇ ਵਿਰੁੱਧ ਜਦੋਂ ਬੋਲਦੇ ਆ, ਜਦੋਂ ਕਿਸਾਨਾਂ 'ਤੇ ਜ਼ੁਲਮ ਕਰਕੇ ਖੱਟੜ ਨੇ ਇੱਕ ਸਭਾ ਨੂੰ ਸੰਬੋਧਨ ਕੀਤਾ ਤੇ ਕਿਸਾਨਾਂ ਨੇ ਕਿਹਾ ਸੀ ਕਿ ਮੋਦੀ ਸਰਕਾਰ ਕਿਸਾਨ ਵਿਰੋਧੀ ਹੈ, ਇਹਨਾਂ ਦੀ ਕੋਈ ਅਸੀਂ ਸਭਾ ਨਹੀਂ ਹੋਣ ਦੇਵਾਂਗੇ, ਕੋਈ ਇਹਨਾਂ ਦੀ ਆਪਣਾ ਮੀਟਿੰਗ ਨਹੀਂ ਹੋਣ ਦੇਵਾਂਗੇ। ਉਹਦੇ ਸਬੰਧ ਦੇ ਵਿੱਚ ਕਰਨਾਲ ਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਕੀਤਾ ਕਿਸਾਨਾਂ ਨੇ। 14 ਕਿਲੋਮੀਟਰ ਪਹਿਲਾਂ ਹੀ ਉਹ ਕਿਸਾਨਾਂ 'ਤੇ ਲਾਠੀ ਚਾਰਜ ਕਰ ਦਿੱਤਾ। ਜਦੋਂ ਜਮਹੂਰੀਅਤ ਕੀ ਕਹਿੰਦੀ ਹੈ, ਜਮਹੂਰੀਅਤ ਦਾ ਸਿੱਧਾ ਹੀ ਅਸੂਲ ਹੈ, ਜਦੋਂ ਸਾਡੀ ਪ੍ਰਧਾਨ ਮੰਤਰੀ ਨਾ ਸੁਣੇ, ਰਾਸ਼ਟਰਪਤੀ ਨਾ ਸੁਣੇ, ਵਿਰੋਧੀ ਧਿਰ ਨਾ ਸੁਣੇ, ਸਟੇਟ ਦੀਆਂ ਸਰਕਾਰਾਂ ਜਿਹੜੀਆਂ ਐਂਟੀ ਬੀਜੇਪੀ ਆ ਉਹ ਕਿਸਾਨਾਂ ਦੀ ਗੱਲ ਨਾ ਸੁਣਨ, ਨਾ MLA ਗੱਲ ਸੁਣੇ, ਨਾ MP ਗੱਲ ਸੁਣੇ, ਨਾ ਹਾਈ ਕੋਰਟ ਨੋਟਿਸ ਲਵੇ, ਨਾ ਸੁਪਰੀਮ ਕੋਰਟ ਨੋਟਿਸ ਲਵੇ, ਨਾ ਖੇਤੀ ਕਮਿਸ਼ਨ ਗੱਲ ਕਰੇ, ਤਾਂ ਫਿਰ ਸੰਵਿਧਾਨ ਦੇ ਮੁਤਾਬਕ ਅਸੀਂ ਧਰਨਾ ਵੀ ਲਾ ਸਕਦੇ ਹਾਂ, ਮੁਜ਼ਾਹਰਾ ਵੀ ਕਰ ਸਕਦੇ ਹਾਂ, ਸੜਕ ਜਾਮ ਵੀ ਕਰ ਸਕਦੇ ਹਾਂ, ਟੈਂਕੀ 'ਤੇ ਚੜ੍ਹ ਸਕਦੇ ਹਾਂ, ਬਸ਼ਰਤੇ ਹੈ ਕਿ ਉਹਦੇ ਵਿੱਚ ਕ੍ਰਾਈਮ ਹੀ ਨਹੀਂ ਹੋਣਾ ਚਾਹੀਦਾ। ਸਿੱਖ ਪੀਸਫੁਲੀ ਡੈਮੋਨਸਟ੍ਰੇਸ਼ਨ ਕਰਦੇ ਸੀ ਤੇ SDM ਨੇ ਕਹਿਤਾ ਕਿ ਕਿਸਾਨਾਂ ਦਾ ਸਿਰ ਹੀ ਭੰਨ ਦਿਓ, ਪਰ ਇਹ ਉਹਨੇ ਕ੍ਰਾਈਮ ਗੱਲ ਕੀਤੀ। ਫਿਰ ਉੱਥੇ ਤਾਂ ਕਿਸਾਨਾਂ ਨੇ ਕਾਨੂੰਨ ਦੀ ਗੱਲ ਕੀਤੀ, ਜਿੱਥੋਂ ਕਾਨੂੰਨ ਚੱਲਣਾ ਨਹੀਂ ਖੱਟੜ ਦੇ ਦਫ਼ਤਰ 'ਚੋਂ, ਉੱਥੋਂ ਗੈਰ ਕਾਨੂੰਨੀ ਗੱਲ ਹੋਈ ਤੇ ਇੱਕ ਨੌਜਵਾਨ ਦੇ ਗੋਲੀਆਂ ਮਾਰ ਕੇ ਸਿੱਧੀਆਂ ਮਾਰ ਦਿੱਤੀਆਂ ਗਈਆਂ। ਤੇ ਫਿਰ ਜਦੋਂ ਗੋਲੀ ਕਿਸੇ ਇਨਸਾਨ ਦੇ ਨੌਜਵਾਨ 'ਤੇ, ਉਹ ਗੋਲੀ ਨਾ ਤਾਂ ਅਮਰੀਕਾ ਨੇ ਮਾਰੀ ਹੈ, ਨਾ ਕੈਨੇਡਾ, ਜਰਮਨ, ਫਰਾਂਸ ਨੇ ਮਾਰੀ ਹੈ, ਨਾ ਪਾਕਿਸਤਾਨ ਨੇ ਮਾਰੀ ਹੈ, ਜਿਹੜੀ ਉਹ ਨੌਜਵਾਨ ਦੀ ਗੋਲੀ ਖੱਟੜ ਸਰਕਾਰ ਨੇ ਮਾਰੀ ਹੈ, ਮੋਦੀ ਸਰਕਾਰ ਦੇ ਇਸ਼ਾਰੇ 'ਤੇ ਖੱਟੜ ਸਰਕਾਰ ਨੇ ਮਾਰੀ ਹੈ ਤੇ
ਖੱਟਰ ਦੇ ਹੁਕਮਾਂ ਦੇ ਮੁਤਾਬਕ ਉਹਨੇ ਜਿਹੜਾ ਇਹ ਐਸਡੀਐਮ ਨੇ ਜ਼ੁਲਮ ਕੀਤਾ ਤੇ ਫਿਰ ਉਹਦੇ ਤੇ 302 ਦਾ ਪਰਚਾ ਐਫ ਆਈ ਆਰ ਤਾਂ ਦਰਜ ਹੈ, ਤੱਕ ਐਫ ਆਈ ਆਰ ਦਰਜ ਨਹੀਂ। ਇਸ ਕਰਕੇ ਕਿਸਾਨ ਗੁਲਾਮ ਹੈ। ਜੇ ਸਾਡੀ ਇੱਕ ਐਫ ਆਈ ਆਰ ਦਰਜ ਨਹੀਂ ਹੋਣੀ, ਉੱਥੇ ਪੂਰੀ ਇੰਡੀਆ ਦਾ ਕਿਸਾਨ ਉੱਥੇ ਬਹਿ ਗਿਆ। ਮੇਰੀ ਮਹਿੰਦਰ ਸਿੰਘ ਰਕੇਸ਼ ਟਕੈਤ ਨਾਲ ਵੀ ਗੱਲ ਹੋਈ ਸੀ, ਉਹ ਵੀ ਉੱਥੇ ਪਹੁੰਚੇ ਹੈ, ਮੈਂ ਵੀ ਉੱਥੇ ਆਪਣਾ ਪੱਖ ਰੱਖ ਕੇ ਆਇਆ। ਤੇ ਫਿਰ ਤੁਸੀਂ ਦੱਸੋ, ਜੇ 3 ਕਾਲੇ ਕਾਨੂੰਨ ਤਾਂ ਇਹਨਾਂ ਨੇ ਕੀ ਕਿਸਾਨਾਂ ਨੂੰ ਰੱਦ ਕਰਕੇ ਦੇਣੇ ਆ, ਉਹ ਤਾਂ ਐਫ ਆਈ ਆਰ ਦਾ ਪਰਚਾ ਨਹੀਂ ਦਰਜ ਕਰ ਰਹੇ। ਜਿਹਦੇ ਲਾਠੀਆਂ ਵੱਜੀਆਂ ਸੀਗੀਆਂ, ਉਹਦੇ ਲਾਠੀਆਂ, ਉਹਦੇ ਤੇ 307 ਦਾ ਪਰਚਾ ਬਣਦਾ, 148 49 ਦਾ ਧਾਰਾ ਲੱਗਦੀ ਹੈ। ਕੌਨਸਪੀਰੇਸੀ ਦੇ ਵਿੱਚ ਖੱਟੜ ਆਉਂਦਾ 120 ਵੀ ਉਹਦੇ ਤੇ ਲੱਗਦੀ ਆ। ਤੇ ਫਿਰ ਇਹ ਪਰਚਾ ਦਰਜ ਕਿਉਂ ਨਹੀਂ ਕਰਦਾ? ਇਹ ਕਿਉਂ ਨਹੀਂ ਹੋ ਗਿਆ? ਕਿਉਂਕਿ ਇਹਨਾਂ ਨੇ ਆਪਣੇ ਕਾਨੂੰਨ ਤੇ ਕਬਜ਼ਾ ਕਰਕੇ ਇੱਥੋਂ ਦੇ ਸਿਆਸਤਦਾਨਾਂ ਨੇ ਇਹ ਸਾਰਾ ਕੰਮ ਕੀਤਾ ਹੈ। ਸਿਆਸਤ ਦੇ ਨਸ਼ੇ ਦੇ ਵਿੱਚ ਕਾਨੂੰਨ ਤੇ ਕਬਜ਼ਾ ਕਰਕੇ ਇਹ ਜਿਹੜੀ ਗੋਲੀ ਚਲਾਈ ਹੈ। ਤੇ ਸਾਡੇ ਜਿਹੜੇ ਐਫ ਆਈ ਆਰ ਦਰਜ ਨਹੀਂ ਹੁੰਦੇ, ਕਾਨੂੰਨ ਤੇ ਕਬਜ਼ਾ ਕਰਕੇ 3 ਕਾਲੇ ਕਾਨੂੰਨ ਸਿਆਸਤ ਕਰਕੇ ਕਿਸਾਨਾਂ ਦੇ ਥੋਪੇ ਗਏ ਆ। ਇਸ ਕਰਕੇ ਲੋਹੇ ਨੂੰ ਲੋਹਾ ਕੱਟਦਾ, ਉੱਥੇ ਬਹੁਤ ਵੱਡਾ ਜ਼ਬਰ ਹੋਇਆ। ਅਸੀਂ ਕਿਸਾਨੀ ਦੇ ਨਾਲ ਖੜੇ ਹਾਂ। ਕਾਹਨ ਸਿੰਘ ਵਾਲਾ ਜੀ ਨਾਲ ਜਿਹੜਾ 2022 ਦਾ ਪੰਜਾਬ ਵਿਧਾਨ ਸਭਾ ਦਾ ਚੋਣਾਂ ਹੋ ਰਹੀਆਂ ਤੇ ਉਹ ਸਮਾਂ ਨੇੜੇ ਆ ਰਿਹਾ ਹੈ, ਉਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਚੋਣ ਮੁਹਿੰਮ ਵਿੱਢੀ ਹੋਈ ਹੈ ਤੇ ਪਿਛਲੇ ਸਮੇਂ 'ਚ ਕਈ ਥਾਵਾਂ 'ਤੇ ਕਿਸਾਨਾਂ ਨੇ ਵਿਰੋਧ ਵੀ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਆਉਣ ਵਾਲੀਆਂ ਵਿਧਾਨ ਸਭਾ ਵਿੱਚ ਕੀ ਸਟੈਂਡ ਰਹੇਗਾ? ਕਿਸ ਪਾਰਟੀ ਨਾਲ ਗੱਠਜੋੜ ਕਰੇਗੀ ਜਾਂ ਇਕੱਲਿਆਂ ਚੋਣ ਲੜੇਗੀ? ਇਸ ਸੰਬੰਧੀ ਆਪਣੇ ਵਿਚਾਰ ਦੱਸਣ ਦੀ ਕਿਰਪਾ ਕਰੋ। ਢਿੱਲੋਂ ਸਾਹਿਬ, ਗੱਲ ਤਾਂ ਸਿੱਧੀ ਹੈ। ਜਿਹੜਾ ਸੁਖਬੀਰ ਦਾ ਵਿਰੋਧ ਹੋ ਰਿਹਾ, ਮਜੀਠੀਏ ਦਾ ਵਿਰੋਧ ਹੋ ਰਿਹਾ, ਉਹ ਕੋਈ ਕਿਸਾਨ ਸਿਰ ਫਿਰ ਨਹੀਂ, ਲਿਆਕਤਮੰਦ ਹੈ। ਵਿਰੋਧ ਜਿਹੜਾ ਹੈ ਉਹ ਅਖਲਾਕੀ ਹੋ ਰਿਹਾ। ਜਦੋਂ ਕਿ ਵਿਰੋਧ ਇਸ ਕਰਕੇ ਹੋਇਆ, ਸੁਖਬੀਰ ਬਾਦਲ ਨੇ ਬੀਬੀ ਹਰਸਿਮਰਤ ਕੌਰ ਜਿਹੜੀ ਕੈਬਨਿਟ ਦੀ ਵਜ਼ੀਰ ਸੀ, ਜਦੋਂ ਮੋਦੀ ਨੇ 3 ਕਾਲੇ ਕਾਨੂੰਨ ਬਣਾਏ ਤੇ ਬੀਬੀ ਹਰਸਿਮਰਤ ਕੌਰ ਨੇ ਕਿਸਾਨਾਂ ਦੇ ਵਿਰੋਧ ਵਿੱਚ ਉਹਦੇ ਤੇ ਮੋਹਰ ਲਾ ਦਿੱਤੀ। ਸੁਖਬੀਰ ਸਿੰਘ ਬਾਦਲ ਨੇ ਪਾਰਲੀਮੈਂਟ ਵਿੱਚ ਫਿਰੋਜ਼ਪੁਰ ਤੋਂ MP ਲੋਕਾਂ ਨੇ ਜਿਤਾਇਆ ਸੀ, ਉਹਨੇ ਵੀ ਉਹਦੇ ਹੱਕ 'ਚ ਗੱਲ ਕਰਤੀ। ਤੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਸੀ, ਉਹਨੇ ਵੀ ਕਹਿਤਾ ਵੀ ਕਿਸਾਨ ਐਵੇਂ ਰੌਲਾ ਪਾਈ ਜਾਂਦੇ, ਇਹ ਅਨਪੜ੍ਹ ਹੈਗੇ ਆ, ਇਹ ਕਿਸਾਨ ਦੇ ਜਿਹੜੇ ਬਿੱਲ ਹੈ ਇਹ ਲਾਹੇਵੰਦੇ ਆ। ਇਸ ਕਰਕੇ ਉਹਨਾਂ ਨੇ ਕਿਸਾਨੀ ਵਿਰੋਧੀ ਫੈਸਲੇ ਕੀਤੇ, ਤਾਂ ਉਹਨਾਂ ਦਾ ਵਿਰੋਧ ਹੋਇਆ। ਦੂਜੇ ਪਾਸੇ ਉਹਦਾ ਵਿਰੋਧ ਹੋ ਰਿਹਾ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ, ਜਿਹੜੇ ਸਾਡੇ ਪੂਰੀ ਮਨੁੱਖਤਾ ਦੇ ਗੁਰੂ ਸੀ, ਉਹਨਾਂ ਦੀ ਜਿਹੜੀ ਬਗਰਾੜੀ ਦੇ ਵਿੱਚ ਬੇਅਦਬੀ 2015 'ਚ ਹੋਈ ਹੈ ਤੇ ਉਹਨਾਂ ਦੇ ਦੋਸ਼ੀਆਂ ਨੂੰ ਜਿਹੜਾ ਫੜਿਆ ਨਹੀਂ ਗਾ, ਸਮਾਂ ਸਿਰਸੇ ਵਾਲੇ ਸਾਧ ਦੀ ਮਦਦ ਕੀਤੀ, ਸਿੱਖਾਂ ਨੂੰ ਕੁੱਟਿਆ, 2 ਸਿੰਘਾਂ ਨੂੰ ਗੋਲੀਆਂ ਮਾਰ ਦਿੱਤਾ, ਅਜੇ ਤੱਕ ਇਨਸਾਫ ਨਹੀਂ ਮਿਲਿਆ। ਇਸ ਕਰਕੇ ਉਹਦਾ ਵਿਰੋਧ ਹੋ ਰਿਹਾ ਕਿ ਸੁਖਬੀਰ ਬਾਦਲ, ਤੂੰ ਪੰਜਾਬ ਵਿੱਚ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਆ ਰਿਹਾ? ਤੂੰ ਕਿਹੜੇ ਮੂੰਹ ਨਾਲ ਕਿਸਾਨਾਂ 'ਚ ਆ ਰਿਹਾ? ਕਿਹੜੇ ਗਲੀਆਂ ਮਹੱਲੇ 'ਚ ਆ ਰਿਹਾ? ਕਿ ਤੂੰ ਤਾਂ ਕਿਸਾਨਾਂ ਦਾ ਵੀ ਵਿਰੋਧੀ ਆ, ਤੂੰ ਗੁਰੂ ਦਾ ਵੀ ਵਿਰੋਧੀ ਆ, ਪੰਜਾਬ ਦੀ ਨੌਜਵਾਨੀ ਦਾ ਵਿਰੋਧੀ। ਇਸ ਕਰਕੇ ਜਿਹੜਾ ਉਹਨਾਂ ਦਾ ਜਿਹੜਾ ਇਹ ਵਿਰੋਧ ਹੋ ਰਿਹਾ ਸੀ, ਇਸ ਕਰਕੇ ਉਹਨਾਂ ਨੂੰ, ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਇਹੋ ਜਿਹੇ ਲੀਡਰਾਂ ਤੋਂ ਬਚ ਕੇ ਰਹਿਣਾ ਚਾਹੀਦਾ। ਅਸੀਂ 2022 ਦੀਆਂ ਜਿਹੜੀਆਂ ਚੋਣਾਂ, ਉਹ ਅਸੀਂ 117 ਸੀਟਾਂ 'ਤੇ ਸਾਰੀਆਂ ਚੋਣ ਲੜਾਂਗੇ। ਪਰ ਸੁਖਬੀਰ ਬਾਦਲ ਨੇ ਜਿਹੜੇ ਕੈਂਡੀਡੇਟ ਖੜੇ ਕੀਤੇ ਆ, ਉਹ ਕਿਸਾਨ ਵਿਰੋਧੀ ਨੇ ਸਾਰੇ, ਤੇ ਗੁਰੂ ਦੀ ਸੋਚ ਦੇ ਵਿਰੋਧੀ ਆ। ਅਸੀਂ ਜਿਹੜੇ ਕੈਂਡੀਡੇਟ ਖੜਾ ਕਰਾਂਗੇ, ਉਹ ਕਿਸਾਨਾਂ ਦੀ ਤਰਜਮਾਨੀ ਕਰਨਗੇ, ਉਹ ਕਿਸਾਨਾਂ ਦੇ ਪੱਖ ਵਿੱਚ ਹੋਣਗੇ, ਕਿਸਾਨਾਂ ਦੇ ਪੱਖ ਵਿੱਚ ਹੋਣਗੇ, ਗੁਰੂ ਦੇ ਰਾਖੇ ਹੋਣਗੇ। ਉਹ ਜਿਹੜੇ ਕਿਸਾਨ ਜਿਹੜੇ ਸਾਡੇ ਹੋਣਗੇ, ਉਹ ਸਾਡੇ MLA ਨੂੰ ਸੇਵਾਦਾਰ ਹੋਣਗੇ, ਉਹ ਹੋਣਗੇ ਗੁਰੂ ਦੇ ਰਾਖੇ ਤੇ ਕਿਸਾਨਾਂ ਦੇ ਰਾਖੇ ਉਹ ਹੋਣਗੇ। ਸਦਾ ਹੀ ਉਹ ਜਿਹੜੀ ਸੇਵਾ ਕਿਸਾਨੀਅਤ ਦੀ ਕਰਨਗੇ ਤੇ ਉਹ ਸਾਡੀ ਨੌਜਵਾਨੀ ਦੀ ਸੇਵਾ ਕਰਨਗੇ। ਸਾਡੇ ਜਿਹੜੀਆਂ ਬੀਬੀਆਂ ਬੱਚੀਆਂ ਸੜਕਾਂ 'ਤੇ ਰੁਲਦੀਆਂ ਫਿਰਦੀਆਂ ਬੇਰੁਜ਼ਗਾਰ ਹੈ, ਸਾਰਿਆਂ ਦੀ ਉਹ ਜਿਹੜੀ ਸੇਵਾ ਕਰਨਗੇ। ਪਰ ਸਭ ਤੋਂ ਪਹਿਲਾਂ ਸਾਨੂੰ ਗੁਰੂ ਆ, ਚੋਣਾਂ ਪਿੱਛੇ ਹੈ, ਸਭ ਤੋਂ ਪਹਿਲਾਂ ਕਿਸਾਨੀ ਹੈ, ਪਲ ਤੇ ਚੋਣਾਂ ਬਾਅਦ 'ਚ, ਕਿਉਂਕਿ ਚੋਣਾਂ ਤਾਂ ਜਮਹੂਰੀਅਤ 'ਚ 2022 'ਚ ਲੜਨੀਆਂ ਹੀ ਆ। ਹੋਰ ਕੰਮ ਕੀ ਕਰਨਾ ਹੈ? ਅਸੀਂ ਪੰਜਾਬ ਦੇ ਵਿੱਚ ਲੋਕਾਂ ਦੇ ਕੋਲੇ ਜਾਵਾਂਗੇ ਮੁੱਦੇ ਲੈ ਕੇ ਕਿ ਅਸੀਂ ਸਦਾ ਹੀ ਲਗਾਤਾਰ 32 ਸਾਲ ਤੋਂ ਪੰਥ ਦੀ ਗੱਲ ਕੀਤੀ ਹੈ, ਪੰਜਾਬ ਦੀ ਗੱਲ ਕੀਤੀ ਹੈ, ਪੰਜਾਬੀਅਤ ਦੀ ਗੱਲ ਕੀਤੀ ਹੈ, ਧੀਆਂ ਭੈਣਾਂ ਦੀ ਗੱਲ ਕੀਤੀ ਹੈ, ਜ਼ੁਲਮ ਦੀ ਗੱਲ ਕੀਤੀ ਹੈ, ਪਾਰਟੀ ਬੱਜ ਤੋਂ ਉੱਪਰ ਉੱਠ ਕੇ ਸਾਰੇ ਧਰਮਾਂ ਦੀ ਗੱਲ ਕੀਤੀ ਹੈ। ਉਹ ਸਾਨੂੰ ਸਹਿਯੋਗ ਦਿਓ। ਬਾਕੀ ਪੰਜਾਬ ਦੇ ਲੋਕਾਂ ਨੇ ਦੇਖਣਾ, ਸੱਚ ਬੰਨੀ ਜਾਣਾ ਕਿ ਝੂਠ ਬੰਨੀ ਜਾਣਾ, ਇਹ ਫੈਸਲਾ ਪੰਜਾਬ ਦੇ ਲੋਕਾਂ ਨੂੰ ਕਰਨਾ। ਮੈਂ ਅਪੀਲ ਕਰਦਾ ਕਿ ਗੁਰੂ ਦੀ ਜਿਹੜੀ ਬੇਅਦਬੀ ਹੋਈ ਹੈ, ਉਹਦੇ ਲਈ ਮੋਰਚਾ ਬਗਰਾੜੀ 'ਚ ਲੱਗਿਆ। ਗੁਰੂ ਲਈ ਤਾਂ ਵੀਰਾਂ ਕੱਤ ਕੇ ਤੁਸੀਂ ਸਾਰੇ ਮੇਰੇ ਵੀਰ ਆ, ਗੁਰੂ ਨਾਨਕ ਨਾਮ ਲੇਵਾ, ਉਹ ਪਤਾ ਬਗਰਾੜੀ ਪਹੁੰਚੋ। ਤੇ ਜਿਹੜਾ ਕਿਸਾਨੀ ਦਾ ਮੋਰਚਾ ਦਿੱਲੀ ਲੱਗਿਆ ਹੋਇਆ,
ਕਿਸਾਨੀ ਹਿੱਤਾਂ ਲਈ ਭਾਈ ਵੱਧ ਤੋਂ ਗਿਣਤੀ 'ਚ ਦਿੱਲੀ ਪਹੁੰਚੋ ਤੇ ਕਰਨਾਲ ਵੀ ਪਹੁੰਚੋ, ਕਿਉਂਕਿ ਦੋਨੇ ਮੋਰਚੇ ਪੰਜਾਬ ਦੀ ਹੋਂਦ ਤੇ ਕਿਸਾਨੀ ਦੀ ਹੋਂਦ, ਸਾਡੇ ਜਿਹੜੀ ਨੌਜਵਾਨੀ ਦੀ ਹੋਂਦ ਲਈ ਹੈ। ਸਾਨੂੰ ਹੋਂਦ ਨੂੰ ਬਚਾਉਣ ਲਈ ਦੋਨੇ ਮੋਰਚੇ ਜਿੱਤਣੇ ਸਾਡੇ ਲਈ ਬੜੀ ਜ਼ਰੂਰੀ ਹੈ। ਇਹ ਸਨ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਿਨ੍ਹਾਂ ਨੇ ਵੱਖ-ਵੱਖ ਮੁੱਦਿਆਂ ਤੇ ਅਜੀਤ ਵੈਬ ਟੀਵੀ ਨਾਲ ਗੱਲਬਾਤ ਕੀਤੀ। ਹੁਣ ਤੁਸੀਂ ਕੈਮਰਾ ਪਰਸਨ ਬਲਕਰਨ ਸਿੰਘ ਖਾਰਾ ਦੇ ਨਾਲ ਰਣਜੀਤ ਸਿੰਘ ਢਿੱਲੋਂ ਨੂੰ ਦਿਓ ਆਗਿਆ। ਸਤਿ ਸ੍ਰੀ ਅਕਾਲ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।